क्यों ਅਸੀਂ ਕਹਿੰਦੇ ਆ ਕਿ ਅਮੀਬਾ ਦੀ ਇਹ ਅਮੀਬਾ ਇਜ਼ ਨੋਨ ਐਜ਼ ਇਮੋਰਟਲ ਕਿਉਂਕਿ ਅਮੀਬਾ ਦੇ ਵਿੱਚ ਕੀ ਹੁੰਦਾ ਕਿ ਬਾਈਨਰੀ ਫਿਸ਼ਨ ਦੇ ਨਾਲ 1 ਤੋਂ 2 ਇਹਨਾਂ ਦੇ ਵਿੱਚ ਅੱਗੇ ਫਿਸ਼ਨ ਹੋ ਗਈ 2 ਤੋਂ 4 ਬਣ ਗਏ 4 ਤੋਂ ਅੱਗੇ ਇਸੇ ਤਰ੍ਹਾਂ ਹੀ ਬਣਨੇ ਸ਼ੁਰੂ ਹੋ ਗਏ ਕਿ ਕੋਈ ਇਹਨਾਂ ਦੇ ਵਿੱਚ ਇਸ ਤਰ੍ਹਾਂ ਨੈਚੁਰਲ ਡੈਥ ਨਹੀਂ ਹੁੰਦੀ ਹੈ ਇਹ ਡਿਵਾਈਡ ਹੋ ਕੇ ਇਹ ਅੱਗੇ ਇਹਨਾਂ ਦੇ ਵਿੱਚ ਰੀਪਰੋਡਕਸ਼ਨ ਹੁੰਦੀ ਹੈ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਅਮੀਬਾ ਇਜ਼ ਨੋਨ ਐਜ਼ ਇਮੋਰਟਲ ਇਹ ਤਾਂ ਹੋ ਗਿਆ ਕਿ ਅਮੀਬਾ ਆ ਅਮੀਬਾ ਦੇ ਵਿੱਚ ਬਾਈਨਰੀ ਫਿਸ਼ਨ ਹੋ ਗਈ ਉਸ ਤੋਂ ਬਾਅਦ ਕੁਝ ਹੋਰ ਹੈਗੀ ਆ ਕਿ ਇਸੇ ਤਰ੍ਹਾਂ ਹੀ ਪੈਰਾਮੀਸ਼ੀਅਮ ਹੈ ਪੈਰਾਮੀਸ਼ੀਅਮ ਜਿਹੜਾ ਆ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਬਾਈਨਰੀ ਫਿਸ਼ਨ ਹੁੰਦੀ ਹੈ ਇਸ ਤਰ੍ਹਾਂ ਤੁਹਾਡੇ ਪੈਰਾਮੀਸ਼ੀਅਮ ਦਾ ਹੁੰਦਾ ਸਟਰਕਚਰ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਬਾਈਨਰੀ ਫਿਸ਼ਨ ਹੋ ਕੇ ਇੱਕ ਤੋਂ ਅੱਗੇ 2 ਦੇ ਵਿੱਚ ਡਿਵਾਈਡ ਹੋ ਜਾਂਦਾ ਹੈਗਾ ਆ ਤੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਕਿ ਤੁਹਾਡਾ ਹਾਈਡਰਾ ਹੋ ਗਿਆ ਹਾਈਡਰਾ ਹੋ ਗਿਆ ਜੀਸਟ ਹੋ ਗਿਆ ਇਹਨਾਂ ਦੇ ਵਿੱਚ ਬਡਿੰਗ ਦੇ ਨਾਲ ਏਸੈਕਸੁਅਲ ਰੀਪਰੋਡਕਸ਼ਨ ਹੁੰਦੀ ਹੈ ਬਡਿੰਗ ਦੇ ਕਿਵੇਂ ਕਿ ਜਿਵੇਂ ਇਹ ਮੈਂ ਹਾਈਡਰਾ ਦਾ ਸਟਰਕਚਰ ਡਰਾ ਕਰ ਰਹੀ ਹਾਂ ਤੇ ਇਹਦੇ ਉੱਤੇ ਇੱਕ ਗਰੋਥ ਜਿਹੀ ਹੋਣੀ ਸ਼ੁਰੂ ਹੋ ਜਾਏਗੀ ਬਣਨੀ ਸ਼ੁਰੂ ਹੋ ਜਾਏਗੀ ਜਿਹਨੂੰ ਅਸੀਂ ਬਡ ਕਹਿੰਦੇ ਆ फिर ये तो डिटैच हो जाएगी ते एक नवा ऑर्गेनिज्म जड़ा है वो बन जाएगा इसी तरह ही जीस्ट है यूनिसेलुलर ऑर्गेनिज्म है ਇਹਦੇ ਵਿੱਚ ਆਊਟ ਗਰੋਥ ਹੋ ਜਾਏਗੀ ਬਡ ਕਹਿੰਦੇ ਆ ਅਸੀਂ ਇਹਨੂੰ ਇਹ ਇਹਦੇ ਤੋਂ ਪਹਿਲਾਂ ਇਹਦੇ ਨਾਲ ਲੱਗੀ ਹੋਈ ਹੈਗੀ ਹੈ ਫਿਰ ਇਹ ਇਹਦੇ ਤੋਂ ਡਿਟੈਚ ਹੋ ਜਾਏਗੀ ਤੇ ਇਹਦੇ ਤੋਂ ਇੱਕ ਨਵਾਂ ਜਿਹੜਾ ਹੈਗਾ ਆ ਬਣ ਜਾਏਗਾ ਇਸੇ ਤਰ੍ਹਾਂ ਹੀ ਤੁਹਾਡੇ ਡਾਇਆਗ੍ਰਾਮ ਹੈਗਾ ਆ ਸਭ ਤੋਂ ਉੱਪਰ ਹੈਗਾ ਆ ਕੈਲੇਮਾਈਡੋਮੋਨਾਸ ਇਹਦੇ ਵਿੱਚ ਇਸੇ ਤਰ੍ਹਾਂ ਹੀ ਜੂਸ ਪੋਰਸ ਬਣ ਜਾਂਦੇ ਆ ਦੇ ਆਰ ਮੋਟਾਈਲ ਸਟਰਕਚਰਸ ਮੂਵ ਕਰ ਸਕਦੇ ਆ ਤੇ ਇਹ ਹੋ ਗਿਆ ਤੁਹਾਡਾ ਫੰਜਾਈ ਪੈਨੀਸੀਲੀਅਮ ਹੋ ਗਿਆ ਇਹਦੇ ਵਿੱਚ ਇਹ ਉੱਪਰ ਕੋਨੀਡੀਆ ਆ ਜਿਨ੍ਹਾਂ ਦੇ ਨਾਲ ਇਹਦੇ ਵਿੱਚ ਰੀਪਰੋਡਕਸ਼ਨ ਹੁੰਦੀ ਹੈ ਸਪੋਰਸ ਹੈਗੇ ਆ ਇਸੇ ਤਰ੍ਹਾਂ ਹੀ ਇਹ ਹਾਈਡਰਾ ਦਾ ਸਟਰਕਚਰ ਹੋ ਗਿਆ ਬਡਿੰਗ ਦੇ ਨਾਲ ਇਹਦੇ ਵਿੱਚ ਇਹ ਸੈਕਸੁਅਲ ਰੀਪਰੋਡਕਸ਼ਨ ਹੋ ਗਈ ਇਹ ਤੁਹਾਡਾ ਡਾਇਆਗ੍ਰਾਮ ਹੈਗਾ ਆ ਸਪੌਂਜ ਦਾ ਇਹਦੇ ਅੰਦਰ ਇਹ ਜੈਮਿਊਲਸ ਹੈਗੀ ਆ ਇਹਦੇ ਤੋਂ ਇਧਰੋਂ ਪੋਰ ਦੇ ਵਿੱਚੋਂ ਦੀ ਇਹ ਨਿਕਲ ਕੇ ਇਹ ਫਿਰ ਅੱਗੇ ਕਿੰਨੇ ਜ਼ਿਆਦਾ ਹੋਰ ਜਿਹੜੇ ਹੈਗੇ ਸਪੌਂਜਸ ਜਿਹੜੇ ਆ ਉਹ ਬਣ ਜਾਣਗੇ ਇਹ ਤਾਂ ਤੁਹਾਡੇ ਕੁਝ ਸੀਗੇ ਦੇ ਇਹ ਸੈਕਸੁਅਲ ਰੀਪਰੋਡਕਸ਼ਨ ਦੇ ਬਾਰੇ ਉਸ ਤੋਂ ਬਾਅਦ ਅਸੀਂ ਇੱਕ नेक्स्ट टॉपिक करांगे वेजिटेटिव रिप्रोडक्शन स्टूडेंट्स ਤੁਸੀਂ प्लस 1 ਦੇ ਵਿੱਚ ਜਿਹੜਾ 5th ਚੈਪਟਰ ਸੀਗਾ ਤੁਹਾਡਾ ਮੋਰਫੋਲੋਜੀ ਆਫ ਫਲਾਵਰਿੰਗ ਪਲਾਂਟਸ ਉਹਦੇ ਵਿੱਚ ਤੁਸੀਂ ਕੀਤਾ ਸੀਗਾ ਫਲਾਵਰ ਦਾ ਸਟਰਕਚਰ ਕਿ ਫਲਾਵਰ ਦੇ ਵਿੱਚ ਮੇਲ ਐਂਡ ਫੀਮੇਲ ਰੀਪਰੋਡਕਟਿਵ ਪਾਰਟ ਹੁੰਦੇ ਹੈਗੇ ਆ ਕਿ ਅਸੀਂ ਫਲਾਵਰ ਜਿਹੜਾ ਹੈਗਾ ਆ ਉਹਨੂੰ ਰੀਪਰੋਡਕਟਿਵ ਸਟਰਕਚਰ ਕਹਿੰਦੇ ਆ ਪਲਾਂਟ ਦਾ ਤੇ ਜਦੋਂ ਉਹਦੇ ਤੋਂ ਤਾਂ ਇਹ ਸੈਕਸੁਅਲ ਰੀਪਰੋਡਕਸ਼ਨ ਹੋਏਗੀ ਫਲਾਵਰਸ ਦੇ ਮੇਲ ਐਂਡ ਫੀਮੇਲ ਪਾਰਟ ਤੋਂ ਉਹ ਤੁਸੀਂ ਸੈਕੰਡ ਚੈਪਟਰ ਦੇ ਵਿੱਚ ਫਲਾਵਰਿੰਗ ਪਲਾਂਟਸ ਦੇ ਵਿੱਚ ਸੈਕਸੁਅਲ ਰੀਪਰੋਡਕਸ਼ਨ ਕਿਵੇਂ ਹੁੰਦੀ ਆ ਉਹ ਦੇ ਬਾਰੇ ਤੁਸੀਂ ਸਟੱਡੀ ਕਰੋਗੇ ਤੇ ਫਸਟ ਚੈਪਟਰ ਦੇ ਵਿੱਚ ਤੁਹਾਡਾ ਛੋਟਾ ਜਿਹਾ ਟੌਪਿਕ ਹੈਗਾ ਆ ਵੈਜੀਟੇਟਿਵ ਰੀਪਰੋਡਕਸ਼ਨ ਜਦੋਂ ਕਿਸੇ ਪਲਾਂਟ ਦੇ ਵੈਜੀਟੇਟਿਵ ਪਾਰਟ ਤੋਂ ਰੀਪਰੋਡਕਸ਼ਨ ਹੁੰਦੀ ਹੈ
ਉਹਨੂੰ ਅਸੀਂ ਵੈਜੀਟੇਟਿਵ ਰੀਪਰੋਡਕਸ਼ਨ ਕਹਿੰਦੇ ਆ। ਵੈਜੀਟੇਟਿਵ ਪਾਰਟ ਕਿਹੜੇ ਆ ਪਲਾਂਟ ਦੇ? ਸਟੈਮ ਹੋ ਗਿਆ, रूट हो गया, लीफ हो गया, दे आर वेजिटेटिव पार्ट ऑफ अ प्लांट। ते ਜਦੋਂ ਪਲਾਂਟ ਦੇ ਵੈਜੀਟੇਟਿਵ ਪਾਰਟ ਤੋਂ ਰੀਪਰੋਡਕਸ਼ਨ ਹੁੰਦੀ ਆ ਉਸ ਨੂੰ ਅਸੀਂ ਵੈਜੀਟੇਟਿਵ ਰੀਪਰੋਡਕਸ਼ਨ ਜਾਂ ਵੈਜੀਟੇਟਿਵ ਪ੍ਰੋਪਗੇਸ਼ਨ ਕਹਿੰਦੇ ਆ। ਤੇ ਜਿਹੜੇ ਵੈਜੀਟੇਟਿਵ ਪ੍ਰੋਪਗੇਸ਼ਨ ਦੇ ਯੂਨਿਟਸ ਹੁੰਦੇ ਆ, ਯੂਨਿਟਸ ਆਫ ਵੈਜੀਟੇਟਿਵ units of vegetative propagation are known as vegetative propagules। बेटे ए वाला ਤੁਹਾਡਾ MCQ ਦੇ ਵਿੱਚ ਇਹ ਵਾਲਾ ਵੀ ਆ ਜਾਂਦਾ ਹੈਗਾ ਆ ਕਿ ਤੁਹਾਨੂੰ ਕੋਈ ਦਿੱਤਾ ਹੋਵੇ ਕਿ ਥੱਲੇ 4 ਆਪਸ਼ਨਸ ਦਿੱਤੀਆਂ ਹੋਣ ਕਿ ਇਸ ਪਲਾਂਟ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਜਿਹੜਾ ਹੈਗਾ ਆ ਉਹ ਵੈਜੀਟੇਟਿਵ ਪ੍ਰੋਪਗਿਊਲ ਹੈਗਾ ਆ, ਜਾਂ ਇਸ ਪਲਾਂਟ ਦੇ ਵਿੱਚ ਇਹਨਾਂ ਵਿੱਚੋਂ ਕਿਹੜੇ ਢੰਗ ਦੇ ਨਾਲ ਵੈਜੀਟੇਟਿਵ ਪ੍ਰੋਪਗੇਸ਼ਨ ਹੁੰਦੀ ਹੈ। ਤਾਂ ਜਿਹੜੇ ਵੈਜੀਟੇਟਿਵ ਪ੍ਰੋਪਗੇਸ਼ਨ ਦੇ ਯੂਨਿਟਸ ਹੁੰਦੇ ਆ ਉਹਨਾਂ ਨੂੰ ਅਸੀਂ ਵੈਜੀਟੇਟਿਵ ਪ੍ਰੋਪਗਿਊਲਸ ਕਹਿੰਦੇ ਆ। ਕਿਹੜੇ ਕਿਹੜੇ ਹੁੰਦੇ ਆ ਵੈਜੀਟੇਟਿਵ ਪ੍ਰੋਪਗਿਊਲਸ? ਰਨਰ ਹੋ ਗਈ, राइजोम, शक्कर, ट्यूबर, ऑफसेट, बल, ये सारे यूनिट्स ऑफ वेजिटेटिव रिप्रोडक्शन हैगी हैं। और ये जिहड़ी हैगी आ दे आर कैपेबल टू गिव राइज टू अ न्यू प्लांट। ਇਹ ਜਿਹੜੇ ਆ ਰਨਰ, ਰਾਈਜ਼ੋਮ, ਸ਼ੱਕਰ, ਟਿਊਬਰ, ਆਫਸੈਟ, ਬਲਬ ਜਿਹੜੇ ਆ ਇਹ ਇੱਕ ਨਵੇਂ ਪਲਾਂਟ ਜਿਹੜਾ ਹੈਗਾ ਆ ਉਹਨੂੰ ਜਨਮ ਦੇ ਸਕਦੇ ਹੈਗੇ ਆ। ਜਿਵੇਂ ਤੁਹਾਡੇ ਇਹਦੇ ਵਿੱਚ ਡਾਇਗਰਾਮ ਵੀ ਬਣਿਆ ਹੋਇਆ ਹੈਗਾ ਆ। ਫਰਸਟ ਹੈਗਾ ਆ ਟਿਊਬਰ ਆਫ ਪੋਟੈਟੋ। ਇਹਦੇ ਵਿੱਚ ਆਈਜ਼ ਹੁੰਦੀਆਂ ਆ, ਇੱਥੋਂ ਬਰਡਸ ਨਿਕਲਦੀਆਂ ਹੈਗੀਆਂ, ਸ਼ੂਟਸ ਨਿਕਲਦੀਆਂ ਆ ਤੇ ਨਵਾਂ ਪਲਾਂਟ ਜਿਹੜਾ ਬਣ ਜਾਂਦਾ। ਇਸੇ ਤਰ੍ਹਾਂ ਇਹ ਰਾਈਜ਼ੋਮ ਆਫ ਜਿੰਜਰ ਹੈਗਾ ਆ, ਇਹਦੇ ਵਿੱਚ ਵੀ ਇਹ ਬਰਡਸ ਹੈ, ਤੁਸੀਂ ਦੇਖਿਆ ਹੀ ਹੋਵੇਗਾ ਆਮ ਤੌਰ ਤੇ। ਇਹ ਅਗੇਵ ਦਾ ਹੈਗਾ ਆ, ਬਲਬੇਲ ਆਫ ਅਗੇਵ। ਇਸੇ ਤਰ੍ਹਾਂ ਹੀ ਇਹ ਤੁਸੀਂ ਦੇਖੋ ਬ੍ਰਾਇਓਫਾਈਲਮ ਹੈ, ਪੱਥਰ ਚੱਟ ਜਿਹਨੂੰ ਅਸੀਂ ਕਹਿੰਦੇ ਆ। ਇਹਦੇ ਲੀਫ ਦੇ ਮਾਰਜਨਸ ਤੇ ਛੋਟੇ ਛੋਟੇ ਐਡਵੈਂਟੀਸ਼ੀਅਸ ਬਰਡਸ ਨਿਕਲੇ ਆਉਂਦੀਆਂ, ਇਹਦੇ ਤੋਂ ਡਿਟੈਚ ਹੋ ਜਾਂਦੇ ਆ, ਗਿਰ ਜਾਂਦੇ ਆ। ਇਸੇ ਤਰ੍ਹਾਂ ਹੀ ਇਹ ਵਾਟਰ ਹਾਈਸਿੰਥ ਹੈ, ਤੁਸੀਂ ਆਮ ਤੌਰ ਤੇ ਆਪਣੇ ਪਿੰਡਾਂ ਦੇ ਵਿੱਚ ਦੇਖਿਆ ਹੀ ਹੋਵੇਗਾ। ਇਹ ਵਾਲਾ ਪਲਾਂਟ ਟੋਬਿਆਂ 'ਚ ਕਾਫੀ ਲੱਗਿਆ ਹੁੰਦਾ ਆ ਔਰ ਇਹਨੂੰ ਲਾਈਟ पर्पल कलर के फ्लावर्स लगते हैं। इनू जल कुंभी भी कहते हैं। बहुत ये काफ़ी सोहने ये लीव्स भी होंगे है और फ्लावर्स ये होंगे है लाइट पर्पल शेड के। तो ये जोड़ा है ऑफसैट है, जो तुसी इनू ध्यान दे नाल देखो कि इस तो सेंटर तो जो टुट जाए तो ये 2 प्लांट्स बन जाएंगे। तो ये सारे की है यूनिट्स ऑफ वैजीटेटिव ਪ੍ਰੋਪਗੇਸ਼ਨ ਹੈਗਾ ਆ। ਤੇ ਜਿਵੇਂ ਮੈਂ ਤੁਹਾਨੂੰ ਹੁਣੀ ਇੱਕ ਦੱਸਿਆ ਸੀਗਾ ਕਿ ਵਾਟਰ ਹਾਈਸਿੰਥ ਜਿਹੜਾ ਜਲ ਕੁੰਭੀ ਹੈ, ਤੁਹਾਡੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਲੱਗਿਆ ਹੁੰਦਾ ਹੈ ਟੋਬਿਆਂ ਤੇ। ਵਾਟਰ ਹਾਈਸਿੰਥ ਇਹਨੂੰ ਅਸੀਂ ਕੀ ਕਹਿੰਦੇ ਹੈਗੇ ਆ? ਟੈਰਰ ਆਫ ਬੰਗਾਲ ਵੀ ਕਹਿੰਦੇ ਆ। ਬੰਗਾਲ ਦਾ ਆਤੰਕ ਕਹਦੇ ਅਸੀਂ, ਟੈਰਰ ਆਫ ਬੰਗਾਲ। ਇਹ ਜਿਹੜਾ ਵਾਟਰ ਹਾਈਸਿੰਥ ਹੈਗਾ ਇਹਦੇ ਕਾਫੀ ਸੋਹਣੇ ਫਲਾਵਰਸ ਔਰ ਲੀਵਸ ਕਰਕੇ ਇਹਨੂੰ ਬਾਹਰੋਂ ਲਿਆ ਕੇ ਇੱਥੇ ਇੰਡੀਆ ਦੇ ਵਿੱਚ ਇਹਨੂੰ ਲਗਾਇਆ ਗਿਆ ਸੀਗਾ ਇਸ ਪਲਾਂਟ ਨੂੰ। ਤੇ ਇਹ ਪਲਾਂਟ ਇੰਨੀ ਛੇਤੀ ਵੈਜੀਟੇਟਿਵ ਪ੍ਰੋਪਗੇਸ਼ਨ ਦੇ ਨਾਲ ਇੰਨੀ ਛੇਤੀ ਗਰੋ ਕਰ ਜਾਂਦਾ ਆ ਕਿ ਇਹ ਬੜੀ ਛੇਤੀ ਫੈਲ ਜਾਂਦਾ ਆ ਔਰ ਬੜਾ ਮੁਸ਼ਕਿਲ ਹੋ ਜਾਂਦਾ ਆ ਇਸ ਜਿਹੜੀ ਹੈਗੀ ਆ ਹੁਣ ਇਨਵੇਸਿਵ ਵੀਡ ਤੋਂ ਛੁਟਕਾਰਾ ਪਾਉਣਾ। तो और ये प्लांट इन्नी तेजी दे नाल ग्रो करता हैगा आ कि सारी ये वाटर दे विचों जिहड़ी ऑक्सीजन हैगी है उस सारी ऑक्सीजन नूं ये ले लैंदा या खत्म कर दिंदा है, जिस करके उस वाटर बॉडी दे विच जिहड़े भी एक्वैटिक एनीमल्स हुंदे आ, फिशिज वगैरह उन्हां दी डेथ हो जाती है। सो बेटे आ कुछ टॉपिक्स हैगे आ जिहड़े असीं अज कीते हैगे आ। सब तो पहला असीं लाइफ स्पैन कीता आ,
ਲਾਈਫ ਸਪੈਨ ਕੀ ਹੈਗਾ ਆ ਪੀਰੀਅਡ ਫਰੋਮ ਬਰਥ ਟੂ ਨੈਚੁਰਲ ਡੈਥ ਤੇ ਅਸੀਂ ਕੁਝ ਪਲਾਂਟਸ ਔਰ ਐਨੀਮਲਸ ਦੇ ਮੈਂ ਤੁਹਾਨੂੰ ਨੋਟ ਕਰਵਾਏ ਹੈਗੇ ਆ ਲਾਈਫ ਸਪੈਨਸ। ਉਸ ਤੋਂ ਬਾਅਦ ਸੈਕੰਡ ਟੌਪਿਕ ਸਾਡਾ ਸੀਗਾ ਰੀਪਰੋਡਕਸ਼ਨ। ਰੀਪਰੋਡਕਸ਼ਨ ਕੀ ਆ ਬਾਇਓਲੋਜੀਕਲ ਪ੍ਰੋਸੈਸ in which an organism gives rise to a young one similar to itself। reproduction दो तरह ਦੀ ਹੁੰਦੀ ਆ asexual and sexual ਕਿ ਉਸ ਪ੍ਰੋਸੈਸ ਦੇ ਵਿੱਚ ਇੱਕ ਪੇਰੈਂਟ ਪਾਰਟ ਲੈ ਰਿਹਾ ਹੈ ਜਾਂ ਦੋ ਪੇਰੈਂਟਸ ਪਾਰਟ ਲੈ ਰਹੇ ਆ। ਜੇ ਇੱਕ ਪੇਰੈਂਟ ਪਾਰਟ ਲੈ ਰਿਹਾ ਹੈ ਉਸ ਰੀਪਰੋਡਕਸ਼ਨ ਨੂੰ ਅਸੀਂ asexual reproduction ਕਹਿੰਦੇ ਆ ਔਰ asexual reproduction ਦੇ ਨਾਲ ਜਿਹੜੇ young ones produce ਹੁੰਦੇ ਆ they are similar to their parents। ਉਹਨਾਂ ਦੀ ਕਾਰਬਨ ਕਾਪੀ ਹੁੰਦੀ ਹੈ ਮੋਰਫੋਲੋਜੀਕਲੀ ਔਰ ਜੈਨੇਟਿਕਲੀ ਸਿਮਿਲਰ ਹੁੰਦੇ ਆਪਣੇ ਪੇਰੈਂਟ ਦੀ ਤਰ੍ਹਾਂ ਹੀ। ਇਸ ਕਰਕੇ ਅਸੀਂ ਉਹਦੇ ਲਈ ਕਲੋਨ ਟਰਮ ਯੂਜ਼ ਕਰਦੇ ਹੈਗੇ ਆ। ਤੇ ਸੈਕੰਡ ਸੀਗਾ ਸੈਕਸੁਅਲ ਰੀਪਰੋਡਕਸ਼ਨ। ਸੈਕਸੁਅਲ ਰੀਪਰੋਡਕਸ਼ਨ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਦੋ ਪੇਰੈਂਟਸ ਮੇਲ ਐਂਡ ਫੀਮੇਲ ਪਾਰਟ ਲੈਂਦੇ ਹੈ ਔਰ ਮੇਲ ਪੇਰੈਂਟ ਮੇਲ ਗੈਮੀਟ ਸਪਰਮ ਪ੍ਰੋਡਿਊਸ ਕਰਦਾ ਆ, ਫੀਮੇਲ ਪੇਰੈਂਟ ਫੀਮੇਲ ਗੈਮੀਟ ਓਵਮ ਐਗ ਪ੍ਰੋਡਿਊਸ ਕਰਦਾ ਆ ਔਰ ਸਪਰਮ ਔਰ ਐਗ ਦੇ ਫਿਊਜ਼ਨ ਦੇ ਨਾਲ ਜਿਹੜਾ ਹੈਗਾ ਆ ਉਹ ਜ਼ਾਈਗੋਟ ਬਣਦਾ ਆ ਤੇ ਉਹਦੇ ਤੋਂ ਅੱਗੇ ਉਹ ਯੰਗ ਵਨ ਬਣਦਾ ਹੈਗਾ ਆ। ਤੇ ਉਹਦੇ ਵਿੱਚ ਵੇਰੀਏਸ਼ਨ ਆ ਜਾਂਦੀ ਆ ਕਿਉਂਕਿ ਦੋ ਪੇਰੈਂਟਸ ਦੇ ਕਰੈਕਟਰਸ ਆ ਜਾਂਦੇ ਆ ਤੇ ਉਹਦੇ ਨਾਲ ਇੱਕ ਜਿਹੜਾ ਹੈਗਾ ਆ ਕੁਝ ਵੇਰੀਏਸ਼ਨ ਆ ਗਈ, ਕੁਝ ਨਿਊ ਜਿਹੜੀ ਹੈਗੀ ਆ ਚੀਜ਼ ਜਿਹੜੀ ਹੈਗੀ ਆਰਗੇਨਿਜ਼ਮ ਕੁਝ ਨਵੇਂ ਕਰੈਕਟਰਸ ਵਾਲਾ ਬਣ ਜਾਂਦਾ ਹੈਗਾ ਆ ਬਟ ਉਹ ਸਿਮਿਲਰ ਹੁੰਦਾ ਹੈਗਾ ਆ ਆਪਣੇ ਪੇਰੈਂਟ ਦੀ ਤਰ੍ਹਾਂ ਉਹਦੀ ਤਰ੍ਹਾਂ ਹੀ ਉਹਦੀ ਮੋਰਫੋਲੋਜੀ ਹੁੰਦੀ ਹੈ ਸਾਰਾ। ਉਸ ਤੋਂ ਬਾਅਦ ਨੈਕਸਟ ਆਪਣਾ ਟੌਪਿਕ ਸੀਗਾ ਕਿ ਅਸੀਂ asexual reproduction ਦੇ ਵਿੱਚ ਅਸੀਂ ਕਿਹੜੇ ਤਰੀਕਿਆਂ ਨਾਲ asexual reproduction ਹੁੰਦੀ ਆ। ਅਮੀਬਾ ਪੈਰਾਮੀਸ਼ੀਅਮ ਦੇ ਵਿੱਚ ਬਾਈਨਰੀ ਫਿਸ਼ਨ ਹੁੰਦੀ ਹੈ, ਹਾਈਡਰੋਜੀਸਟ ਵਿੱਚ ਬਡਿੰਗ ਫਿਸ਼ਨ ਹੁੰਦੀ ਹੈ, ਕੈਲੇਮਾਈਡੋਮੋਨਾਸ ਦੇ ਵਿੱਚ ਯੂਸਪੋਰਸ ਜਿਹੜੇ ਮੋਟਾਈਲ ਸਟਰਕਚਰਸ ਹੁੰਦੇ ਆ ਉਹ ਪ੍ਰੋਡਿਊਸ ਹੁੰਦੇ ਆ। ਪੈਨੀਸੀਲੀਅਮ ਜਿਹੜਾ ਹੈਗਾ ਉਹਦੇ ਵਿੱਚ ਕੋਨੀਡੀਆ ਦੇ ਨਾਲ asexual reproduction ਹੁੰਦੀ ਹੈ। ਸਪੌਂਜ ਦੇ ਵਿੱਚ ਜੈਮਿਊਲਸ ਬਣਦੇ ਹੈਗੇ ਆ। ਤੇ ਉਸ ਤੋਂ ਨੈਕਸਟ ਫਿਰ ਅਸੀਂ ਟੌਪਿਕ ਆਪਣਾ ਲਿਆ ਸੀਗਾ ਕਿ ਜਿਹੜੇ ਪਲਾਂਟਸ ਹੈਗੇ ਆ ਪਲਾਂਟਸ ਦੇ ਵਿੱਚ ਜਿਹੜੀ ਰੀਪਰੋਡਕਸ਼ਨ ਹੈਗੀ ਆ ਸੈਕਸੁਅਲ ਰੀਪਰੋਡਕਸ਼ਨ ਬਾਰੇ ਤਾਂ ਅਸੀਂ ਪੜਾਂਗੇ ਬਾਅਦ ਵਿੱਚ। ਤੇ ਪਲਾਂਟ ਦੇ ਜਿਹੜੇ ਵੈਜੀਟੇਟਿਵ ਪਾਰਟਸ ਹੁੰਦੇ ਆ ਸਟੈਮ ਰੂਟ ਔਰ ਲੀਫ ਇਹਨਾਂ ਤੋਂ ਜਦੋਂ ਰੀਪਰੋਡਕਸ਼ਨ ਹੁੰਦੀ ਆ ਉਹਨੂੰ ਅਸੀਂ ਵੈਜੀਟੇਟਿਵ ਰੀਪਰੋਡਕਸ਼ਨ ਕਹਿੰਦੇ ਆ। ਤੇ ਪਲਾਂਟਸ ਦੇ ਵਿੱਚ ਜਿਹੜੇ ਵੈਜੀਟੇਟਿਵ ਪ੍ਰੋਪਗੇਸ਼ਨ ਦੇ ਯੂਨਿਟਸ ਹੁੰਦੇ ਆ ਉਹਨਾਂ ਨੂੰ ਵੈਜੀਟੇਟਿਵ ਪ੍ਰੋਪਗਿਊਲਸ ਕਹਿੰਦੇ ਆ। ਉਹਦੇ ਵਿੱਚ ਆ ਗਿਆ ਰਾਈਜ਼ੋਮ ਆ ਗਿਆ, ਰਨਰ ਆ ਗਿਆ, ਰਾਈਜ਼ੋਮ ਆ ਗਿਆ, ਸੱਕਰ, ਟਿਊਬਰ, ਆਫਸੈਟ ਔਰ ਬਲਬ ਆ ਗਿਆ। ਇਹ ਜਿਹੜਾ ਵਾਟਰ ਹਾਈਸਿੰਥ ਹੈਗਾ ਆ ਉਹਦੇ ਵਿੱਚ ਆਫਸੈਟ ਹੈਗਾ ਆ ਯੂਨਿਟ ਆਫ ਵੈਜੀਟੇਟਿਵ ਪ੍ਰੋਪਗੇਸ਼ਨ। ਠੀਕ ਹੈ, ਟਿਊਬਰ ਹੋ ਗਿਆ ਇਹ ਪੋਟੈਟੋ ਦੇ ਵਿੱਚ ਹੁੰਦਾ ਹੈਗਾ ਆ ਤੇ ਰਾਈਜ਼ੋਮ ਹੋ ਗਿਆ ਜਿੰਜਰ ਦੇ ਵਿੱਚ ਹੁੰਦਾ ਹੈਗਾ ਆ। ਇਹ ਅਸੀਂ ਕੁਝ ਟੌਪਿਕਸ ਕੀਤੇ ਸੀਗੇ। ਫਿਰ ਇੱਕ ਆ ਗਿਆ ਕਿ ਜਿਹੜਾ ਵਾਟਰ ਹਾਈਸਿੰਥ ਹੈ ਉਹਨੂੰ ਅਸੀਂ ਟੈਰਰ ਆਫ ਬੰਗਾਲ ਕਹਿੰਦੇ ਆ ਕਿਉਂਕਿ ਇਹ ਇਨਵੇਸਿਵ ਵੀਡ ਹੈ, ਬਾਹਰੋਂ ਲਿਆ ਕੇ ਇੰਡੀਆ ਦੇ ਵਿੱਚ ਲਗਾਈ ਗਈ ਸੀਗੀ ਡਿਊ ਟੂ ਬਿਊਟੀਫੁਲ ਕਲਰ ਆਫ ਇਟਸ ਫਲਾਵਰਸ ਐਂਡ ਲੀਵਸ ਬੜੇ ਇਹਦੇ ਬਿਊਟੀਫੁਲ ਹੁੰਦੇ ਆ ਪਰ ਇਹ ਇੰਨੀ ਇਨਵੇਸਿਵ ਫੀਡ ਹੈਗੀ ਆ ਕਿ ਇਹਨੇ ਤੇਜ਼ੀ ਦੇ ਨਾਲ ਇਹ ਸਾਰੀ ਵਾਟਰ ਬੋਡੀ ਨੂੰ ਕਵਰ ਕਰ ਲੈਂਦੀ ਹੈ ਜਿਸ ਕਰਕੇ ਉਹਦੀ ਉਸ ਵਾਟਰ ਬੋਡੀ ਦੇ ਵਿੱਚ ਆਕਸੀਜਨ ਦੀ ਡਿਪਲੀਸ਼ਨ ਆਕਸੀਜਨ ਦੀ ਕਮੀ ਹੋਣ ਕਰਕੇ ਉਸ ਵਾਟਰ ਬੋਡੀ ਵਿੱਚ ਜਿਹੜੇ ਐਕੁਆਟਿਕ ਐਨੀਮਲਸ ਹੈਗੇ ਫਿਸ਼ਿਸ ਤੇ ਦੂਸਰੇ ਐਕੁਆਟਿਕ ਐਨੀਮਲਸ ਉਹਨਾਂ ਦੀ ਡੈਥ ਹੋ ਜਾਂਦੀ ਹੈ। ਸੋ ਬੇਟੇ ਅੱਜ ਦਾ ਟੌਪਿਕ ਸੀਗਾ ਜਿਹੜਾ ਅਸੀਂ ਅੱਜ ਥੋੜੇ ਜਿਹੇ ਕਈ ਟੌਪਿਕਸ ਲੈ ਸੀਗੇ। ਸੋ ਕੱਲ ਮੈਂ ਸੈਕਸੁਅਲ ਰੀਪਰੋਡਕਸ਼ਨ ਜਿਹੜਾ ਹੈਗਾ ਆ ਉਹ ਤੁਹਾਨੂੰ ਟੌਪਿਕ ਕਰਵਾਵਾਂਗੀ। ਆਈ ਹੋਪ ਤੁਹਾਨੂੰ ਅੱਜ ਦਾ ਜਿਹੜਾ ਲੈਕਚਰ ਹੈਗਾ ਉਹ ਸਮਝ ਆ ਗਿਆ ਹੋਵੇਗਾ ਤੇ ਤੁਸੀਂ ਨਾਲ ਦੀ ਨਾਲ ਇਹ ਵਾਲਾ ਆਪਣਾ ਜਿਹੜਾ ਹੈਗਾ ਆ ਅੱਛੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਦੁਬਾਰਾ ਆਪਣਾ ਪੜ੍ਹ ਲਈ। ਥੈਂਕ ਯੂ ਸੋ ਮਚ।